ये है कि पता नहीं सारा कुछ जैसे कि 10 लाख रुपये बड़ी टीम ने जा रखा काम से और ओवरऑल वर्क तो कर रहे हैं वैसे मैं तो मतलब ये 11 डिविजन जो टीम है काफ़ी स्ट्रॉन्ग टीम है। इसमें कोई शक नहीं है कि ये मतलब काफ़ी टाइम लग जाता है हो जाता है केस तो न्यू एविडेंस आने में बहुत। सत श्री अकाल दोस्तों, ਤੁਸੀਂ देख रहे हो लुधियाना हैडलाइन TV 24 ਤੇ ਮੈਂ ਰੇਨੂ। ਭਾਰਤ ਤੋਂ ਮਹਿਲਾਵਾਂ ਦੀ ਵਿਦੇਸ਼ ਵਿੱਚ ਤਸਕਰੀ ਦਾ ਪਰਦਾਫਾਸ਼ ਤੇ ਹੁਣ ਤੱਕ 23 ਮਹਿਲਾਵਾਂ ਨੂੰ ਕੀਤਾ ਗਿਆ ਰੈਸਕਿਊ ਤੇ 19 ਫਰਜ਼ੀ ਟਰੈਵਲ ਏਜੰਟਾਂ ਤੇ ਮਾਮਲਾ ਦਰਜ ਤੇ 9 ਹੁਣ ਤੱਕ ਕੀਤੇ ਗਏ ਗ੍ਰਿਫਤਾਰ ਤੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਅਕਸਰ ਹੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਹਨ ਤੇ ਨਾਲ ਹੀ ਕਈ ਮਹਿਲਾਵਾਂ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਦੇਸ਼ਾਂ ਦਾ ਰੁਖ ਕਰਦੇ ਹਨ ਤੇ ਪਰ ਬਾਅਦ ਵਿੱਚ ਉਹੀ ਉੱਥੇ ਜਾ ਕੇ ਅਜਿਹਾ ਫਸਦੇ ਹਨ ਕਿ ਆਪਣਾ ਪੂਰਾ ਭਵਿੱਖ ਬਰਬਾਦ ਕਰ ਲੈਂਦੇ ਆ ਤੇ ਅਜਿਹੀ ਹੀ ਲਗਾਤਾਰ ਮਾਮਲੇ ਪੰਜਾਬ ਭਰ ਦੇ ਅਨੁਮਾਨ ਦੇ ਸਾਹਮਣੇ ਆ ਰਹੇ ਹਨ ਕਿ ਜਦੋਂ ਪੰਜਾਬ ਪੁਲਿਸ ਅਤੇ ਸਨ ਫਾਊਂਡੇਸ਼ਨ ਦੀ ਮਦਦ ਦੇ ਨਾਲ ਹੁਣ ਤੱਕ 24 ਮਹਿਲਾਵਾਂ ਨੂੰ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਜਾ ਚੁੱਕਿਆ ਤੇ ਪੰਜਾਬ ਪੁਲਿਸ ਵੱਲੋਂ ਇਸ ਸੰਬੰਧੀ SIT ਦਾ ਗਠਨ ਕੀਤਾ ਗਿਆ ਤਾਂ ਜਿਸ ਦੇ ਮੁਖੀ ਲੁਧਿਆਣਾ ਰੇਂਜ ਦੀ IG ਡਾਕਟਰ ਕੌਸਤੁਭ ਸ਼ਰਮਾ ਹਨ ਤੇ ਜਿਨ੍ਹਾਂ ਵੱਲੋਂ ਇਸ ਕੇਸ ਬਾਰੇ ਸਾਡੀ ਟੀਮ ਨਾਲ ਅਹਿਮ ਖੁਲਾਸੇ ਕੀਤੇ ਗਏ ਹਨ। ਲੁਧਿਆਣਾ ਤੋਂ ਰੇਨੂ ਦੀ ਰਿਪੋਰਟ। ਸਰ ਜਿਹੜੀ SIT ਬਣਾਈ ਗਈ ਸੀ ਮਾਨਵ ਦੇ ਮਾਮਲੇ ਦੇ ਵਿੱਚ ਹੁਣ ਤੱਕ ਕਿੰਨੀਆਂ ਜਿਹੜੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਜਾਂ ਕਿੰਨੇ ਮਾਮਲੇ ਜਿਹੜੇ ਨੇ ਦਰਜ ਹੋ ਚੁੱਕੇ ਨੇ, ਕਿੰਨੇ ਲੋਕਾਂ ਦੇ ਖਿਲਾਫ ਸਾਰੀ ਡਿਟੇਲ ਦੇ ਵਿੱਚ ਸਰ ਪੂਰਾ ਦੱਸੋ ਕੀ ਮਾਮਲਾ। ਜਿਹੜਾ ਓਮਾਨ ਦੇਸ਼ ਹੈ ਉਹਦੇ ਵਿੱਚ ਹਾਲੇ ਤੱਕ ਕਰੀਬ 24 ਦੇ ਕਰੀਬ ਐਸੇ ਸਾਡੇ ਕੋਲ ਮਾਮਲੇ ਰੈਫਰ ਕੀਤੇ ਗਏ ਜਿਹੜੇ ਵਿੱਚ ਕਿ ਲੇਡੀਜ਼ ਜੋ ਹੈ ਉੱਥੋਂ ਰੈਸਕਿਊ ਕਰਕੇ ਇੰਡੀਆ ਦੇ ਵਿੱਚ ਲਿਆਂਦੀਆਂ ਗਈਆਂ ਔਰ ਇਹ ਲੇਡੀਜ਼ ਜਿਹੜੀਆਂ ਮੋਸਟਲੀ ਉੱਥੇ ਕਿਸੇ ਨਾ ਕਿਸੇ ਹਾਲਾਤ ਦੇ ਵਿੱਚ ਉੱਥੇ ਫਸ ਚੁੱਕੀਆਂ ਸੀ। ਇਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਸੀ, ਜ਼ਬਰੀ ਇਹਨਾਂ ਤੋਂ ਕੰਮ ਲਿਆ ਜਾ ਰਿਹਾ ਸੀ ਔਰ ਕੋਈ ਪੈਸਾ ਵਗੈਰਾ ਇਹਨਾਂ ਨੂੰ ਨਹੀਂ ਮਿਲ ਰਿਹਾ, ਜਿਹੜੇ ਕਰਕੇ ਉੱਥੇ ਹਾਲਾਤ ਤੋਂ ਤੰਗ ਹੋ ਕਰਕੇ ਇਹ ਜਿਹੜੀਆਂ ਉੱਥੋਂ ਭੱਜ ਗਈ। ਉਹਨਾਂ ਨੇ ਜਾ ਕਰਕੇ ਜਾਂ ਤਾਂ ਲੋਕਲ ਪੁਲਿਸ ਜਾਂ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਉਹਦੇ ਵਿੱਚ ਪਹੁੰਚ ਕੀਤੀ ਤੇ ਕਈ ਵਾਰੀ ਜਿਹੜਾ ਉੱਥੇ ਲੋਕਲ ਗੁਰਦੁਆਰਾ ਸਾਹਿਬ ਜਾਂ NGO ਜਿਹੜੇ ਹੈ ਉਹਨਾਂ ਤੱਕ ਵੀ ਪਹੁੰਚ ਕੀਤੀ। ਸੋ ਜਦੋਂ ਇਹਨਾਂ ਨੂੰ ਉੱਥੇ ਸ਼ਰਨ ਮਿਲੀ ਆਪਣੇ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਜਿਹੜੀ ਇੰਡੀਅਨ ਐਮਬੈਸੀ ਵੱਲੋਂ ਇਹਨਾਂ ਨੂੰ ਹੈਲਪ ਕਰਨ ਦੇ ਲਈ ਸਨ ਫਾਊਂਡੇਸ਼ਨ ਨਾਲ ਕੰਮ ਕੀਤਾ ਗਿਆ। ਇਹਨਾਂ ਦੇ ਡਾਕੂਮੈਂਟਸ ਵਗੈਰਾ ਜਿਹੜੇ ਜੋ ਰੱਖ ਲਏ ਗਏ ਸੀ, ਪਾਸਪੋਰਟ ਨਹੀਂ ਸੀ ਇਹਨਾਂ ਕੋਲ, ਉਹ ਸਾਰੇ ਇਹਨਾਂ ਨੂੰ ਦੁਬਾਰਾ ਤੋਂ ਮੁਹੱਈਆ ਕਰਾਏ ਗਏ ਜਿਸ 'ਤੇ ਟਰੈਵਲ ਕਰ ਸਕਣ ਔਰ ਇਹਨਾਂ ਦੇ ਜੋ ਫਾਈਨਸ ਵਗੈਰਾ ਸੀ, 에ਅਰ ਟਿਕਟ ਵਗੈਰਾ, ਉਹ ਸਨ ਫਾਊਂਡੇਸ਼ਨ ਨੇ ਜਿਹੜਾ ਹੈ ਉਹ ਇਹਨਾਂ ਨੂੰ ਮੁਹੱਈਆ ਕਰਾਇਆ। ਸੋ ਜਦੋਂ ਇੱਥੇ ਆਈਆਂ ਨੇ ਉਸ ਤੋਂ ਬਾਅਦ ਜੋ ਹੈ ਸਨ ਫਾਊਂਡੇਸ਼ਨ ਨੇ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਆਪਣੇ DG ਸਾਹਿਬ ਦੇ ਨੋਟਿਸ ਵਿੱਚ ਲਿਆਂਦੀ, ਜਿਨ੍ਹਾਂ ਵੱਲੋਂ ਡਾਇਰੈਕਟਰ BOI ਸਾਹਿਬ ਦੀ ਡਿਊਟੀ ਲਗਾਈ ਗਈ ਔਰ ਮੈਨੂੰ ਉਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਜਿਹੜਾ ਹੈ ਇੱਕ ਹੈੱਡ ਉਹ ਨਿਯੁਕਤ ਕੀਤਾ ਗਿਆ ਔਰ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਸ ਵੱਲੋਂ ਹੁਣ ਤੱਕ ਜਿਹੜੀ ਕਾਰਵਾਈ ਕੀਤੀ ਗਈ ਉਹਦੇ ਵਿੱਚ 19 ਦੇ ਕਰੀਬ ਕੇਸ FIRs ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਔਰ ਇਹਨਾਂ FIRs ਦੇ ਵਿੱਚ 5 FIR ਫਿਰੋਜ਼ਪੁਰ ਜ਼ਿਲ੍ਹੇ ਦੀਆਂ, 4 ਜਿਹੜੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੀ, 2 FIR ਲੁਧਿਆਣਾ ਰੂਰਲ ਔਰ ਜਲੰਧਰ ਰੂਰਲ ਜ਼ਿਲ੍ਹਿਆਂ ਦੀਆਂ, ਨਵਾਂ ਸ਼ਹਿਰ ਦੀ ਵੀ FIR ਹੈ, ਬਠਿੰਡਾ ਦੀ ਹੈ, ਮੋਗਾ ਦੀ। ਸੋ ਇਸ ਤਰੀਕੇ ਸੇ ਸਾਰੇ ਜਿਹੜੇ ਨੇ ਆਪਣੇ ਪੂਰੇ ਹੀ ਕਹਿ ਸਕਦੇ ਸਟੇਟ ਦੇ ਵਿੱਚ ਅੱਡ-ਅੱਡ ਥਾਵਾਂ 'ਤੇ ਲੇਡੀਜ਼ ਜਿਹੜੀਆਂ ਜਿੱਥੇ ਵੀ ਆਈਆਂ ਨੇ ਉਹਨਾਂ ਦੇ ਸਟੇਟਮੈਂਟਸ ਲਏ ਗਏ, ਉਹਨਾਂ ਦੇ ਨਾਲ ਰਾਬਤਾ ਕੀਤਾ ਗਿਆ। ਸਾਡੇ ਗਜ਼ਟਡ ਆਫੀਸਰਸ ਨੇ ਜਾ ਕਰਕੇ ਔਰ ਜਾਂ SHOs ਨੇ ਜਾ ਕਰਕੇ ਉਹਨਾਂ ਦੀ ਸਟੇਟਮੈਂਟਸ ਰਿਕਾਰਡ ਕੀਤੀ। ਪ੍ਰਾਇਮਰਲੀ 3 ਐਕਟ ਜਿਹੜੇ ਨੇ, 3 ਧਾਰਾਵਾਂ ਨੇ ਜਾਂ ਐਕਟ ਹੈ ਜਿਨ੍ਹਾਂ ਦੀ ਵਾਇਲੇਸ਼ਨਸ ਇਹ ਪਾਈ ਗਈ। ਇੱਕ ਤਾਂ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 370 ਜਿਹੜਾ ਕਿ ਹਿਊਮਨ ਟ੍ਰੈਫਿਕਿੰਗ ਦੇ ਅਪਰਾਧ ਨੂੰ ਜਿਹੜਾ ਹੈ ਉਹ ਦੇ ਲਈ ਬਣਾਇਆ ਗਿਆ ਹੈ। ਜੇਕਰ ਕਿਸੇ ਨੂੰ ਇੰਡਿਊਸ ਕੀਤਾ ਜਾਂਦਾ ਹੈ, ਚੀਟ ਕੀਤਾ ਜਾਂਦਾ ਹੈ ਔਰ ਇੱਕ ਥਾਂ 'ਤੇ ਦੂਸਰੀ ਥਾਂ 'ਤੇ ਇੰਡਿਊਸ ਕਰਕੇ ਜਾਂ ਰਿਕਰੂਟ ਕਰਕੇ ਲਿਜਾਇਆ ਜਾਂਦਾ ਹੈ ਤੇ ਸੈਕਸ਼ਨ 370 ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਹੈ। ਇसी तरीके से एमीग्रेशन एक्ट एक बनया हुआ है, एक अदारा है प्रोटेक्टर ऑफ एमीग्रेंट्स जोड़ा कि चंडीगढ़ में उन्होंने रीजनल ऑफिस है और प्रोटेक्टर जनरल ऑफ एमीग्रेंट्स का दफ्तर जो है ये मिनिस्ट्री ऑफ एक्सटर्नल अफेयर्स भारत सरकार ਉਹਦਾ एक हिस्सा है। इन्हों का जोड़ा मेन काम ही है कि भी जोड़े भी कोई अपने आप से लेबर या कोई काम करने वाले जिन्होंने बाहर ले जा करके एम्पलॉयमेंट परपज़ ले जाया जाता है उन्हों की जोड़े एजेंट्स हैं उन्होंने रजिस्टर करना, उन्होंने रेगूलेशन करना और जोड़े कोई बंदे इन्हों के जान दे विच इच्छुक हैं उन्होंने जो बेहतरी लई, उन्होंने सेफ गार्डिंग लई
सारे ਜਿਹੜੇ ਵੀ ਕੋਈ ਉਪਰਾਲੇ ਕਰਨੇ। ਸੋ ਇਹ ਪ੍ਰੋਟੈਕਟਰ ਆਫ ਐਮੀਗ੍ਰੈਂਟਸ ਜਿਹੜੇ ਨੇ ਇਹ ਵੀ ਉਸ ਚੀਜ਼ ਦੇ ਵਿੱਚ ਆਉਂਦੇ ਆ, ਔਰ ਐਮੀਗ੍ਰੇਸ਼ਨ ਐਕਟ ਜਿਹੜਾ ਉਹਦਾ ਪੂਰਾ ਦਾ ਪੂਰਾ ਉਹ ਕਰਦੇ ਨੇ। ਐਮੀਗ੍ਰੇਸ਼ਨ ਐਕਟ ਜਿਹੜਾ ਇਹਦਾ ਸੈਕਸ਼ਨ 24, ਜੇਕਰ ਕੋਈ ਅਨਰਜਿਸਟਰਡ ਏਜੰਟ ਕਿਸੇ ਨੂੰ ਬਾਹਰ ਭੇਜਣ ਦੀ ਕਾਰਵਾਈ ਕਰਦਾ ਹੈ ਤੇ ਉਹਦਾ ਵਾਇਲੇਸ਼ਨ ਹੁੰਦਾ ਹੈ ਤੇ ਉਹਦੇ ਵਿੱਚ ਬੰਦਾ ਪ੍ਰੋਸੀਕਿਊਟ ਕੀਤਾ ਜਾਂਦਾ ਹੈ। ਸਰ ਇਸ ਮਾਮਲੇ 'ਚ ਹੁਣ ਤੱਕ ਕਿੰਨੀ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਕਿ ਜਿਹੜੇ ਟਰੈਵਲ ਏਜੰਟ ਜੇ ਫੜੇ ਵੀ ਗਏ ਨੇ ਤਾਂ ਉਹ ਕਨੈਕਟਡ ਸੀਗੇ, ਸਾਰੇ ਇੱਕ ਵੱਲੋਂ ਭੇਜੇ ਗਏ ਸੀ ਜਾਂ ਅਲੱਗ-ਅਲੱਗ ਸੀਗੇ ਜਿਹਨਾਂ ਨੂੰ? ਦੇਖੋ ਇਹਦੇ ਵਿੱਚ ਸਾਰੇ ਕੇਸਿਸ ਜਿਹੜੇ ਨੇ ਉਹ ਨਿਵੇਕਲੇ ਟਾਈਪ ਦੇ, ਜਿੱਦਾਂ ਮੈਂ ਤੁਹਾਨੂੰ ਦੱਸਿਆ 4 ਕੇਸਿਸ ਹੁਸ਼ਿਆਰਪੁਰ ਵਿੱਚ ਰਜਿਸਟਰ ਹੈ। ਸੋ ਅਸੀਂ ਉਹਨਾਂ ਦੀ ਪੂਰੀ ਪੜਤਾਲ ਕਰਾਈ ਕਿ ਵੀ ਜਿਨ੍ਹਾਂ ਦੇ ਕਿਸ ਦੇ ਕਹਿਣ 'ਤੇ ਗਏ, ਕਿਸ ਨੂੰ ਪੈਸੇ ਦਿੱਤੇ ਉਹਨਾਂ ਨੇ। ਸੋ ਇਹ ਹਾਲਾਤ ਇਹੀ ਪਾਏ ਗਏ ਕਿ ਮੋਸਟਲੀ ਜਿਹੜੇ ਨੇ ਉਹ ਆਪਣੇ ਕੋਈ ਜਾਣਕਾਰ ਸੀ ਜਿਹੜਾ ਕਿ ਪਹਿਲੇ ਉੱਥੇ ਕੰਮ ਕਰ ਰਹੀ ਹੋਣੀ ਹੈ ਲੇਡੀ ਜਾਂ ਉਹਦੇ ਘਰ ਦੇ ਕੋਈ ਮੈਂਬਰ, ਉਹਨਾਂ ਦੇ ਸੰਪਰਕ ਵਿੱਚ ਆਏ ਤੇ ਉਹਨਾਂ ਨੇ ਇਹਨਾਂ ਤੋਂ ਕੋਲੋਂ ਕੁਝ ਫਿਰ ਅੱਗੇ ਸੰਪਰਕ ਕਰਾਇਆ, ਕੁਝ ਪੈਸੇ ਲਏ ਇਹਨਾਂ ਕੋਲੋਂ 50,000 ਤੋਂ ਲੈ ਕਰਕੇ ਲੱਖ ਰੁਪਏ ਤੱਕ ਵੀ। ਤੇ ਉਹਦੇ ਬਾਅਦ ਫਿਰ ਉਹ ਏਜੰਟਸ ਜਿਹੜੇ ਬਾਹਰ ਦੇ ਸੀ, ਮੋਸਟਲੀ ਇਹ ਦੁਬਈ ਦੇਸ਼ ਵਿੱਚ ਗਏ ਆ ਟੂਰਿਸਟ ਵੀਜ਼ਾ ਤੇ ਲੇਡੀਜ਼, ਉਹ ਫਿਰ ਇਹਨਾਂ ਨੇ ਉੱਥੇ ਉਹਨਾਂ ਨੂੰ ਵੀਜ਼ਾ ਔਰ ਟਿਕਟ ਵੇਚ ਕਰਕੇ ਉੱਥੇ ਬੁਲਵਾ ਲਿਆ। ਔਰ ਇੱਕ ਵਾਰ ਜਦੋਂ ਉੱਥੇ ਗਏ ਉਸ 2-4 ਦਿਨ ਰਹਿਣ ਤੋਂ ਬਾਅਦ ਇਹਨਾਂ ਨੂੰ ਪ੍ਰਪੋਜ਼ ਕੀਤਾ ਗਿਆ ਕਿ ਤੁਸੀਂ ਮਸਕਟ ਚਲੇ ਜਾਓ, ਉੱਥੇ 'ਚ ਕੰਮ ਹੈ। ਔਰ ਉੱਥੇ ਜਾ ਕਰ ਕੇ ਮਸਕਟ ਦੇ ਵਿੱਚ ਫਿਰ ਜੋ ਏਜੰਟ ਹੈ ਉਸ ਵੱਲੋਂ ਇਹਨੂੰ ਐਕਸਪਲੋਇਟ ਕੀਤਾ ਗਿਆ, ਇਹਨਾਂ ਦਾ ਪਾਸਪੋਰਟ, फ़ोन ਵਗੈਰਾ ਕਬਜ਼ੇ ਵਿੱਚ ਲੈ ਲਏ ਗਏ। ਔਰ ਬਾਅਦ ਦੇ ਵਿੱਚ ਜਿਹੜਾ ਹੈ ਉਹ ਜੋ ਇਹ ਲੇਡੀਜ਼ ਹੈ ਉਹਨਾਂ ਨੂੰ ਜਿਹੜਾ ਹੈ ਇੱਥੇ ਇਹਨਾਂ ਨੇ ਟਰੈਪ ਕਰ ਲਿਆ ਔਰ ਜਾ ਕਰ ਕੇ ਕਿਸੇ ਘਰ ਦੇ ਵਿੱਚ ਫੋਰਸਿਬਲੀ ਕੰਮ ਕਰਨ ਲਈ ਭੇਜ ਦਿੱਤਾ, ਜਿੱਥੇ ਇਹਨਾਂ ਨੂੰ ਨਾ ਤਾਂ ਪ੍ਰੋਪਰ ਖਾਣਾ ਮਿਲਦਾ ਸੀ, ਨਾ ਹੀ ਜਿਹੜਾ ਉਹਦੇ ਵਿੱਚ ਸਮਾਂ ਸੀ ਇਹਨਾਂ ਦੇ ਆਪਣੇ ਲਈ। ਤੇ ਸਵੇਰੇ ਤੋਂ ਲੈ ਕੇ ਰਾਤ ਤੱਕ ਕਈ ਵਾਰ ਇਹਨਾਂ ਨੂੰ ਕੜੀ ਮੁਸ਼ੱਕਤ ਕਰਨੀ ਪੜਦੀ ਸੀ, ਬਿਨਾਂ ਪ੍ਰੋਪਰ ਦੇਖਭਾਲ, ਖਾਣਾ ਪੀਣਾ, ਮੈਡੀਕਲ ਹੈਲਪ ਤੇ ਆਪਣੇ ਘਰ ਵਾਲਿਆਂ ਨੂੰ ਵੀ। ਔਰ ਬਹੁਤੇ ਕੇਸਿਸ ਦੇ ਵਿੱਚ ਇਹਨਾਂ ਨੂੰ ਕੋਈ ਵੀ ਜਿਹੜਾ ਹੈ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ ਸੀ। ਔਰ ਜਦੋਂ ਇਹਨਾਂ ਨੇ ਪੁੱਛਿਆ ਕਿ ਵੀ ਸਾਨੂੰ ਪੈਸਾ ਦਿੱਤਾ ਜਾਏ, ਅਸੀਂ ਵਾਪਸ ਜਾਣਾ ਚਾਹੁੰਦੇ ਹਾਂ, ਤੇ ਜਿਹੜੇ ਜੋ ਹਾਊਸ ਹੋਲਡਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਤਾਂ 10 ਮਹੀਨੇ ਦਾ ਤੁਹਾਡਾ ਜਿਹੜੀ ਪੇਮੈਂਟ ਹੈ, ਤਨਖਾਹ ਜਿਹੜੀ ਹੈ ਆਲਰੇਡੀ ਦੇ ਚੁੱਕੇ ਨੇ ਏਜੰਟ ਨੂੰ। ਸੋ ਇੱਕ ਤਰੀਕੇ ਸੇ ਏਜੰਟ ਨੇ ਇਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ, ਵੇਚ ਦਿੱਤਾ ਸੀ, ਤੇ ਨਾ ਹੀ ਜਿਹੜਾ ਇਹਨਾਂ ਦੇ ਕੋਲ ਰਿਕੋਰਸ ਸੀ ਕੋਈ। ਸੋ ਏਜੰਟਸ ਦੇ ਕੋਲ ਜਦੋਂ ਇਹ ਵਾਪਸ ਗਈਆਂ ਜਾਂ ਉਹਨਾਂ ਨੇ ਵਾਪਸ ਭੇਜਿਆ, ਉਹਨਾਂ ਨੇ ਇਹਨਾਂ ਨੂੰ ਫੋਰਸ ਕੀਤਾ ਕਿ ਸਾਨੂੰ 2 ਲੱਖ, 4 ਲੱਖ, 5 ਲੱਖ ਰੁਪਏ ਹੋਰ ਦਿਓ ਤਾਂ ਅਸੀਂ ਜਿਹੜਾ ਹੈ ਤੁਹਾਡਾ ਵਾਪਸ ਦਾ ਇੰਤਜ਼ਾਮ ਕਰਾਂਗੇ। ਸੈਕਸੁਅਲੀ ਵੀ ਹਰਾਸ ਕੀਤਾ ਜਾ ਰਿਹਾ। ਦੇਖੋ ਹਾਲੇ ਤੱਕ ਸਾਡੇ ਕੋਲ ਐਸਾ ਕੋਈ ਜਿਹੜੇ 19 ਕੇਸਿਸ ਜੋ ਰਜਿਸਟਰ ਹੈ ਇਹਨਾਂ ਵਿੱਚ ਕਿਸੇ ਲੇਡੀ ਵੱਲੋਂ ਸਪੈਸੀਫਿਕਲੀ ਨਹੀਂ ਕਿਹਾ ਗਿਆ, ਪਰ ਕੁਛ ਇੱਕ ਕੇਸਿਸ ਦੇ ਵਿੱਚ ਉਹ ਕਹਿੰਦੇ ਆ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਡੀਲ ਕੀਤਾ ਜਾਂਦਾ ਸੀ ਕਿ ਵੀ ਜੇਕਰ ਇਹ ਉਸ ਪਾਸੇ ਕੰਮ ਕਰਨ ਨੂੰ ਤਿਆਰ ਹੈ ਤੇ ਉਹ ਜਿਹੜਾ ਹੈ ਇਹ ਚਾਹੁੰਦੇ ਸੀ ਕਿ ਵੀ ਛੇਤੀ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਏਗਾ ਜਾਂ ਇਸ ਤਰੀਕੇ ਸੇ। ਸੋ ਇਹ ਚੀਜ਼ ਸੇ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਾਡੇ ਕੋਲ ਜਿਹੜੇ 19 ਕੇਸਿਸ ਹੈ ਇਹਨਾਂ ਵਿੱਚ ਸਪੈਸੀਫਿਕਲੀ ਕਿਸੇ ਵੀ ਲੇਡੀ ਨੇ ਇਸ ਚੀਜ਼ ਨੂੰ ਨਹੀਂ ਕਿਹਾ। ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਜਦੋਂ ਮਨਾ ਕਰ ਦਿੱਤਾ ਕੰਮ ਕਰਨ ਲਈ, ਜਾਂ ਉੱਥੋਂ ਜਦੋਂ ਅਸੀਂ ਆਪਣੇ ਮਰਜ਼ੀ ਨਾਲ ਐਸਕੇਪ ਹੋ ਕਰਕੇ ਕਿਸੇ ਦੀ ਹੈਲਪ ਲੈ ਕਰਕੇ ਇੰਡੀਅਨ ਕੌਂਸੂਲੇਟ ਤੱਕ ਪਹੁੰਚੇ ਜਾਂ NGO ਤੱਕ ਪਹੁੰਚੇ, ਤੇ ਉਹਨਾਂ ਵੱਲੋਂ ਸਾਨੂੰ ਫਿਰ ਅੱਗੇ ਹੈਲਪ ਕੀਤੀ ਗਈ। ਪਰ ਇਹ ਵੀ ਗੱਲ ਆਈ ਹੈ ਕਿ ਕਈ ਵਾਰ ਇਹ ਮਹੀਨੇ 2 ਮਹੀਨੇ ਤੱਕ ਵੀ ਏਜੰਟ ਦੇ ਜਿਹੜੇ ਦਫ਼ਤਰ ਵਿੱਚ ਹੀ ਰਹੀਆਂ ਨੇ। ਸਰ ਹੋਰ ਵੀ ਕੋਈ ਲੜਕੀਆਂ ਜਿਹੜੀਆਂ ਉੱਥੇ ਫਸੀਆਂ ਹੋਈਆਂ ਨੇ ਜਾਂ ਤਕਰੀਬਨ ਜਿਹੜੀਆਂ ਬਾਹਰ? ਦੇਖੋ ਕੰਮ ਕਰਨ ਲਈ ਸਾਨੂੰ ਇਸका ਐਗਜ਼ੈਕਟ ਆਈਡੀਆ ਨਹੀਂ ਹੈ, ਇਹ ਤਾਂ ਇਮੀਗ੍ਰੇਸ਼ਨ ਅਥਾਰਟੀਜ਼ ਹੀ ਦੱਸ ਸਕਦੇ ਹੈ ਜਾਂ ਇਹਦਾ ਕੋਈ ਸਰਵੇ ਕਰਾਇਆ ਜਾਏ ਤਾਂ ਹੀ ਪਤਾ ਚੱਲ ਸਕਦਾ ਹੈ ਕਿ ਐਗਜ਼ੈਕਟਲੀ ਕਿੰਨੀ ਗਿਣਤੀ ਵਿੱਚ ਜਿਹੜੀਆਂ ਆਪਣੇ ਪੰਜਾਬ ਤੋਂ ਲੇਡੀਜ਼ ਉੱਥੇ ਕੰਮ ਕਰ ਰਹੀਆਂ ਨੇ। ਔਰ ਬਹੁਤੇ ਲੇਡੀਜ਼ ਹੋ ਸਕਦਾ ਹੈ ਬਿਨਾਂ ਪ੍ਰੋਬਲਮ ਦੇ ਵੀ ਕਰ ਰਹੀਆਂ ਹੋ, ਉਹਨਾਂ ਦੀ ਆਪਣੀ ਵਿਲਿੰਗਨੈਸ ਨਾਲ ਵੀ ਕਰ ਰਹੀਆਂ, ਉਹਨਾਂ ਨੂੰ ਕੋਈ ਪ੍ਰੋਬਲਮ ਨਾ ਵੀ ਆਈ ਹੋਵੇ। ਪਰ ਜਿੱਥੇ ਕਈ ਪ੍ਰੋਬਲਮ ਏਰੀਆਜ਼ ਹੈ ਇਹਦਾ ਕੋਈ ਹਿਸਾਬ ਕਿਤਾਬ ਤਾਂ ਇਹ ਆਪਣਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਅਨ ਕੌਂਸੂਲੇਟਸ ਹੀ ਦੱਸ ਸਕਦੀਆਂ ਨੇ, ਜਾਂ ਕੋਈ ਇੱਥੇ ਦਾ ਲੋਕਲ ਸਰਵੇ ਕੀਤਾ ਜਾ ਸਕਦਾ ਜਿਹਦੇ ਵਿੱਚ ਇਹ ਸਾਹਮਣੇ ਆਵੇ ਕਿ ਐਗਜ਼ੈਕਟਲੀ ਕਿੰਨੀ ਗਿਣਤੀ ਵਿੱਚ ਲੇਡੀਜ਼ ਬਾਹਰ ਗਈਆਂ ਨੇ ਜਿਹੜੀ ਕਿ ਉੱਥੇ ਕੰਮ ਕਰ ਰਹੀ। ਸਰ ਜਿਹੜੇ ਫਰਜ਼ੀ ਟਰੈਵਲ ਏਜੰਟ ਕਹਿ ਸਕਦੇ ਆਪਾਂ, ਜਿਹੜੇ ਅਨਰਜਿਸਟਰਡ ਹੈਗੇ ਨੇ, ਸੋ ਉਹਨਾਂ ਨੂੰ ਲੈ ਕੇ ਵੀ ਕੋਈ ਵਿਉਂਤਬੰਦੀ ਬਣਾਈ ਜਾ ਰਹੀ ਹੈ, ਖਾਸ ਕਰਕੇ ਉਹਨੂੰ ਲੈ ਕੇ ਤਾਂ ਕਿ ਛਾਪੇਮਾਰੀ ਕਰਕੇ ਉਹਨਾਂ ਦੇ ਖਿਲਾਫ ਕੇਸ ਕੀਤਾ ਜਾਵੇ ਤੇ ਪੜਤਾਲ ਕੀਤੀ ਜਾਵੇ ਪਿਛਲੀ ਉਹਨਾਂ ਦੀ। ਦੇਖੋ ਸਾਡੇ ਕੋਲ ਜਿੰਨੀ ਵੀ ਇਨਫੋਰਮੇਸ਼ਨ ਹੈ 2 ਸੋਰਸਿਸ ਨੇ ਜਿਹੜੇ ਏਜੰਟਸ ਆਈਡੈਂਟੀਫਾਈ ਕਰਨ ਦੀ। ਇੱਕ ਤਾਂ ਜਿਹੜੀ ਲੇਡੀਜ਼ ਬਾਹਰੋਂ ਆ ਗਈਆਂ ਨੇ ਇੱਥੇ, ਉਹਨਾਂ ਵੱਲੋਂ ਅਸੀਂ ਪੁੱਛਗਿੱਛ ਕਰਕੇ ਔਰ ਡਿਟੇਲ ਲੈ ਰਹੇ ਨੇ ਕਿਹਨਾਂ ਨੇ ਉਹਨਾਂ ਨੂੰ ਮਿਸਗਾਈਡ ਕੀਤਾ, ਕਿਹਨਾਂ ਨੇ ਉਹਨਾਂ ਨੂੰ ਰਿਕਰੂਟ ਕਰਵਾਇਆ, ਔਰ ਬਾਹਰ ਜਾ ਕਰਕੇ ਕਿਹਨਾਂ ਦੇ ਥਰੂ ਜਿਹੜਾ ਹੈ ਉਹ ਡੀਲ ਕਰਦੀਆਂ ਰਹੀਆਂ। ਸੋ ਕਈ ਕੇਸਿਸ ਦੇ ਵਿੱਚ ਲੇਡੀਜ਼ ਬਹੁਤ ਪੜ੍ਹੀ ਲਿਖੀ ਨਾ ਹੋਣ ਕਰਕੇ ਜਾਂ ਜਿਹੜਾ ਬਹੁਤੇ ਰਿਕਾਰਡ ਨਾ ਹੋਣ ਕਰਕੇ ਇਹਨਾਂ ਦੇ ਕੋਲ ਜਾਣਕਾਰੀ ਘੱਟ ਹੈ, ਫਿਰ ਵੀ ਜਿੰਨੀ ਮਿਲ ਰਹੀ ਹੈ ਉਸ ਮੁਤਾਬਿਕ ਅਸੀਂ ਕਾਰਵਾਈ ਕਰਦੇ ਪਏ। ਕੁਝ ਹੋਰ ਜਾਣਕਾਰੀ ਜਿਹੜੀ ਸਾਡੇ ਹੈੱਡਕੁਆਟਰਸ ਤੋਂ ਮਿਲੀ ਸੀ ਕਿ ਜਿਹੜੇ ਸਸਪੈਕਟਡ ਏਜੰਟਸ ਹੈ ਉਹਨਾਂ 'ਤੇ ਵੀ ਅਸੀਂ ਕਾਰਵਾਈ ਕੀਤੀ ਹੈ, ਔਰ ਆਪਣੇ ਵੱਲੋਂ ਜਿੱਥੇ ਐਟਲੀਸਟ ਇੰਡੀਆ ਦੇ ਵਿੱਚ ਉਹ ਪਾਏ ਗਏ ਨੇ ਉੱਥੇ ਜਾ ਕਰਕੇ ਅਸੀਂ ਰੇਡਸ ਕੀਤੀਆਂ ਨੇ
ਔਰ ਮੋਸਟਲੀ ਇਹ ਪਾਏ ਗਏ ਕਿ ਉਹ ਬੰਦੇ ਜਿਹੜੇ ਇਹਨਾਂ ਦੇ ਨੋਨ ਸਰਕਲ ਵਿੱਚ ਹੀ ਹੈ ਜਾਂ ਛੋਟੇ ਮੋਟੇ ਕੰਮ ਕਰਦੇ ਆ ਔਰ ਬਹੁਤ ਵੱਡੇ ਘਰਾਂ ਦੇ ਵਿੱਚ ਜਾਂ ਏਜੰਟੀ ਦਾ, ਜਿੱਦਾਂ ਆਪਾਂ ਏਜੰਟਸ ਦੀ ਜਿਹੜੀ ਜਨਰਲ ਔਰਾ ਦੇਖਦੇ ਹਾਂ ਕਿ ਵੀ ਉਹਨਾਂ ਦਾ ਦਫ਼ਤਰ ਹੋਊਗਾ, ਦਫ਼ਤਰ ਦੇ ਵਿੱਚ ਉਹ ਪੈਸੇ ਲੈਣਗੇ, ਉੱਥੇ ਜਿਹੜਾ ਵੀਜ਼ਾ ਦਾ ਜਿਹੜਾ ਹੈ ਲਗਾਉਣ ਲਈ ਕੋਈ ਸਲਾਹ ਦਿੱਤੀ ਜਾਏਗੀ, ਪਾਸਪੋਰਟ ਵਗੈਰਾ ਦੇ ਵਿੱਚ ਜਿਹੜਾ ਹੈ ਕੋਈ ਫਾਰਮ ਭਰਾਏ ਜਾएंगे, ਵੀਜ਼ਾ ਦੀ ਐਂਟਰੀ ਕਰਾਈਆਂ ਜਾਣਗੀ। ਸੋ ਉਸ ਤਰੀਕੇ ਦੇ ਦਾ ਇਹ ਕੋਈ ਵੀ ਹਾਲੇ ਤੱਕ ਵੀ ਸਾਡੇ ਨਹੀਂ ਆਏ। 2-3 ਜਿਹੜੇ ਨੇ ਆਈਡੈਂਟੀਫਾਈ ਹੋਏ ਹੈ ਜਿਹੜੇ ਕਿ ਕੋਈ ਇਮੀਗ੍ਰੇਸ਼ਨ ਏਜੰਸੀਜ਼ ਵਗੈਰਾ ਲਈ हैदराबाद हो, दिल्ली हो और किते एक आध भुवनेश्वर वगैरह ਦੇ ਵੀ ਆਈਡੈਂਟੀਫਾਈ ਹੋਏ हैं ਜਿਨ੍ਹਾਂ ਨੇ ਦੱਸਿਆ ਹੈ ਕਿ ਵੀ ਇਹ ਸਾਰੇ ਇਹਨਾਂ ਦੇ ਨਾਲ ਸੰਪਰਕ ਵਿੱਚ ਸੀ ਜਿਨ੍ਹਾਂ ਨੇ ਇਹਨਾਂ ਨੂੰ ਬਾਹਰ ਭੇਜਿਆ। ਉਹਨਾਂ 'ਤੇ ਰੇਡ ਕੀਤੀਆਂ ਗਈਆਂ ਨੇ ਔਰ ਅਸੀਂ ਉਹਨਾਂ ਨੂੰ ਨੋਟਿਸ ਵਗੈਰਾ ਜਾਰੀ ਕੀਤੇ हैं और ਜੇਕਰ ਉਹ ਨਹੀਂ ਆਏ ਤਾਂ ਅੱਗੇ ਵਾਰੰਟਸ ਲੈ ਕਰਕੇ ਫਿਰ ਕਾਰਵਾਈ ਕਰਾਂਗੇ। ਹਾਲੇ ਤੱਕ 9 ਅਰੈਸਟ ਸਾਡੇ ਵੱਲੋਂ ਕੀਤੀਆਂ ਗਈਆਂ ਜਿਨ੍ਹਾਂ ਦੇ ਵੀ ਨਾਂ ਸਾਹਮਣੇ ਆਏ ਆ, ਜਿਨ੍ਹਾਂ ਨੇ ਫੈਸਿਲੀਟੇਟ ਇਹਨਾਂ ਨੂੰ ਗਲਤ ਸਹੀ ਤਰੀਕੇ ਨਾਲ ਭੇਜਣ ਲਈ ਕੀਤਾ ਹੈ ਔਰ ਬਾਕੀਆਂ 'ਤੇ ਵੀ ਰੇਡ ਕਰ ਦਿੱਤੀਆਂ ਗਈਆਂ ਨੇ ਸਾਰਿਆਂ 'ਤੇ। ਔਰ ਜਿਹੜੇ ਵੀ ਕੋਈ ਆਈਡੈਂਟੀਫਾਈ ਨਹੀਂ ਹੋ ਸਕ ਰਹੇ ਉਹਨਾਂ ਦੇ ਵਿੱਚ ਅਸੀਂ ਕੰਮ ਕਰਨ ਵਿੱਚ ਲੱਗੇ ਹੋਏ ਹਾਂ। ਸੋ ਇਸ SIT ਨੂੰ ਜਿਹੜਾ ਇਹ ਤਫਤੀਸ਼ ਰਿਲੇਟਡ ਹੈ, ਇਹ ਜੋ ਹੈ ਸ਼੍ਰੀ ਰਣਧੀਰ ਕੁਮਾਰ ਜੋ ਹੈ SP ਇਨਵੈਸਟੀਗੇਸ਼ਨ ਫਿਰੋਜ਼ਪੁਰ, ਉਹ ਸਾਰੀ ਕੀ ਸਾਰੀ ਇਨਵੈਸਟੀਗੇਸ਼ਨ ਰਿਲੇਟਡ SITs ਨੂੰ ਮੋਨੀਟਰ ਕਰ ਰਹੇ ਹਨ ਔਰ ਤਫਤੀਸ਼ਾਂ ਨੂੰ ਮੋਨੀਟਰ ਕਰ ਰਹੇ ਹਨ।